ਰਾਮ ਨਾਮ ਔਰ ਹਾਰ ਬਿਖ ਕੇ ਦਿਵਸ ਗਏ। ਲੋ ਹਜ਼ੂਰ ਕਹਿੰਦੇ ਨੇ ਅਸੀਂ ਉਸ ਵਾਹਿਗੁਰੂ ਦੇ ਨਾਮ ਦਾ ਹਾਰ ਆਪਣੇ ਗਲ ਵਿੱਚ ਪਰੋ ਕੇ ਪਾ ਲਿਆ ਹੈ। ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ। ਬਿਖ ਕੇ ਦਿਵਸ ਗਏ, ਜਿਹੜੇ ਬਿਖ ਦੇ ਜ਼ਹਿਰ ਦੇ ਦਿਨ ਸਨ। ਜ਼ਹਿਰ ਤੋਂ ਮੁਰਾਦ ਹੈ ਜਿਹੜੇ ਕਹਿਰ ਦੇ ਦਿਨ ਸਨ, ਕਸ਼ਟ ਦੇ ਦਿਨ ਸਨ, ਦੁੱਖ ਦੇ ਦਿਨ ਸਨ, ਉਹ ਸਾਡੇ ਸਾਰੇ ਚਲੇ ਗਏ। ਗਤ ਭਰਮ ਮੋਹ ਵਿਕਾਰ ਬਿਨਸੇ, ਜੋਨ ਆਵਨ ਸਭ ਰਹੇ। ਗਤ ਭਰਮ, ਸਾਡਾ ਭਰਮ ਵੀ ਗਤ ਨਾਸ ਹੋ ਗਿਆ, ਮੋਹ ਤੇ ਵਿਕਾਰ ਵੀ ਨਾਸ ਹੋ ਗਏ। ਜੋਨ ਆਵਨ ਸਭ ਰਹੇ, ਅਸੀਂ ਸਭ ਜੂਨਾਂ, ਕਿਉਂਕਿ 84 ਲੱਖ ਜੂਨਾਂ ਦੀ ਗਿਣਤੀ ਲਿਖੀ ਹੋਈ ਹੈ, ਅਸੀਂ 84 ਲੱਖ ਜੂਨਾਂ ਦੇ ਵਿੱਚ ਵੀ ਆਉਣ ਤੋਂ ਰਹਿਤ ਹੋ ਗਏ। ਅਗਨ ਸਾਗਰ ਭਏ ਸੀਤਲ, ਸਾਧ ਅੰਚਲ ਗਹਿ ਰਹੇ। ਲੋ ਹਜ਼ੂਰ ਕਹਿੰਦੇ ਨੇ ਅਗਨ ਸਾਗਰ ਭਏ ਸੀਤਲ। ਹੁਣ ਇੱਥੇ ਸੰਸਾਰ ਨੂੰ ਅੱਗ ਦਾ ਸਮੁੰਦਰ ਗੁਰੂ ਮਹਾਰਾਜ ਨੇ ਆਪ ਲਿਖਿਆ। ਇਹ ਸੰਸਾਰ ਅੱਗ ਦਾ ਸਮੁੰਦਰ ਸੀ ਤੇ ਇਹ ਵੀ ਹੁਣ ਸੀਤਲ ਦਾ ਅਰਥ ਠੰਡਾ ਠਾਰ ਹੋ ਗਿਆ। ਇਹ ਜਿਹੜਾ ਸੜਦਾ ਬਲਦਾ ਸੰਸਾਰ ਸਾਨੂੰ ਪ੍ਰਤੀਤ ਹੋ ਰਿਹਾ ਸੀ, ਇਹ ਵੀ ਹੁਣ ਸ਼ਾਂਤ ਹੋ ਗਿਆ। ਸਾਧ ਅੰਚਲ ਗਹਿ ਰਹੇ, ਕਿਉਂਕਿ ਅਸੀਂ ਗੁਰੂ ਦਾ ਪੱਲਾ ਫੜ ਲਿਆ। ਗੁਰੂ ਦਾ ਪੱਲਾ ਕਿਹੜਾ ਹੈ? ਗੁਰੂ ਕਾ ਸ਼ਬਦ। ਇਹ ਨਾਮ ਬਾਣੀ ਦਾ ਪੱਲਾ ਪਕੜ ਲਿਆ ਹੈ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧਿਓ ਪਾਲ। ਇਹ ਗੁਰੂ ਦਾ ਸ਼ਬਦ ਪੱਲਾ ਅਸੀਂ ਪਕੜ ਲਿਆ ਹੈ। ਇਸੇ ਲਈ ਹੁਣ ਜਿਹੜਾ ਅੱਗ ਦਾ ਸਮੁੰਦਰ, ਇਹ ਵੀ ਠੰਡਾ ਠਾਰ ਸਾਨੂੰ ਪ੍ਰਤੀਤ ਹੋਣ ਲੱਗ ਪਿਆ ਹੈ। ਗੋਬਿੰਦ ਗੋਪਾਲ ਦਇਆਲ ਸਮ੍ਰਿਥ, ਬੋਲ ਸਾਧੂ ਹਰ ਜੈ ਜੈ। ਲੋ ਹਜ਼ੂਰ ਕਹਿੰਦੇ ਨੇ ਐ ਸਾਧੂ ਜਨੋ, ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੀ ਜੈ ਜੈਕਾਰ ਉਚਾਰਨ ਕਰੋ। ਉਹ ਵਾਹਿਗੁਰੂ ਕੈਸਾ ਹੈ? ਗੋਬਿੰਦ, ਗੋ ਇੰਦਰੀਆਂ ਦਾ ਵਿੰਦ ਪ੍ਰਕਾਸ਼ਕ ਹੈ। ਗੋਪਾਲ ਪ੍ਰਿਥਵੀ ਦਾ ਪਾਲਕ ਹੈ। ਦਇਆਲ ਦਇਆ ਦਾ ਘਰ ਹੈ। ਤੇ ਸਮ੍ਰਿਥ, ਉਹ ਸਰਬ ਕਲਾ ਸਮਰੱਥ ਵੀ ਹੈ। ਨਾਨਕ ਨਾਮ ਧਿਆਏ ਪੂਰਨ, ਸਾਧ ਸੰਗ ਪਾਈ ਪਰਮ ਗਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਪੂਰਨ ਪ੍ਰਭੂ ਦਾ, ਸਰਬ ਗੁਣ ਭਰਪੂਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਿਆ ਕੇ ਸਾਧ ਸੰਗ ਪਾਈ ਪਰਮ ਗਤੇ। ਸਾਧ ਸੰਗਤ ਦੀ ਕਿਰਪਾ ਨਾਲ ਅਸੀਂ ਪਰਮ ਗਤੇ ਕੇਵਲ ਮੁਕਤੀ ਪ੍ਰਾਪਤ ਕਰ ਲਈ ਹੈ। ਕੇਵਲ ਮੁਕਤੀ ਦਾ ਸਰੂਪ ਹੈ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸਾਧ ਸੰਗਤ ਦੁਆਰਾ ਪਰਿਪੂਰਨ ਵਾਹਿਗੁਰੂ ਦੇ ਨਾਮ ਨੂੰ ਧਿਆ ਕੇ ਤੇ ਅਸੀਂ ਪਰਮ ਗਤੇ ਕੇਵਲ ਮੁਕਤੀ ਪ੍ਰਾਪਤ ਕਰ ਲਈ ਹੈ। ਜਹ ਦੇਖੋ ਤਹ ਸੰਗ, ਏਕੋ ਰਵ ਰਹਿਆ। ਲੋ ਹਜ਼ੂਰ ਕਹਿੰਦੇ ਨੇ ਕੇਵਲ ਮੁਕਤੀ ਦਾ ਸਰੂਪ ਕੀ ਹੈ, ਉਹਦੇ ਬਾਰੇ ਸਤਿਗੁਰੂ ਅੱਗੇ ਸਪਸ਼ਟ ਦੱਸਦੇ ਹਨ। ਹੁਣ ਸਾਡੀ ਇਹ ਦ੍ਰਿਸ਼ਟੀ ਬਣ ਗਈ ਹੈ, ਜਿੱਥੇ ਵੀ ਅਸੀਂ ਦੇਖਦੇ ਹਾਂ ਉੱਥੇ ਅਕਾਲ ਪੁਰਖ ਵਾਹਿਗੁਰੂ ਅੰਗ ਸੰਗ ਸਾਨੂੰ ਦਿਸ ਰਿਹਾ ਹੈ। ਏਕੋ ਰਵ ਰਹਿਆ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਇਹੀ ਪਰਮ ਗਤੀ ਕੇਵਲ ਮੁਕਤੀ ਦਾ ਸਰੂਪ ਹੈ। ਵੀ ਜਿੱਥੇ ਵੀ ਦੇਖਦੇ ਹਾਂ ਉੱਥੇ ਵਾਹਿਗੁਰੂ ਅੰਗ ਸੰਗ ਵਸ ਰਿਹਾ ਹੈ ਤੇ ਉਹ ਵਾਹਿਗੁਰੂ ਇੱਕੋ ਇੱਕ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਘਟ ਘਟ ਵਾਸੀ ਆਪ, ਵਿਰਲੇ ਕਿਨੈ ਲਹਿਆ। ਉਹ ਅਕਾਲ ਪੁਰਖ ਵਾਹਿਗੁਰੂ ਆਪ ਘਟਾਂ ਘਟਾਂ ਦਾ ਵਾਸੀ ਹੈ। ਹਰ ਜੀਵ ਤੇ ਹਰ ਸਰੀਰ ਵਿੱਚ ਉਹ ਵਸ ਰਿਹਾ ਹੈ। ਵਿਰਲੇ ਕਿਨੈ ਲਹਿਆ, ਪਰ ਕਿਸੇ ਵਿਰਲੇ ਨੇ ਹੀ ਉਸ ਨੂੰ ਲਹਿਆ ਦਾ ਅਰਥ ਜਾਣਿਆ ਹੈ। ਕਹਿੰਦੇ ਸਾਰੇ ਨੇ, ਸੁਣਦੇ ਸਾਰੇ ਨੇ ਬਈ ਵਾਹਿਗੁਰੂ ਘਟਾਂ ਘਟਾਂ ਵਿੱਚ ਵਸ ਰਿਹਾ ਹੈ, ਪਰ ਹਜ਼ੂਰ ਕਹਿੰਦੇ ਕਿਸੇ ਵਿਰਲੇ ਨੇ ਉਸ ਨੂੰ ਜਾਣਿਆ ਹੈ, ਅਨੁਭਵ ਕੀਤਾ ਹੈ। ਜਲ ਥਲ ਮਹੀਅਲ ਪੂਰ ਪੂਰਨ, ਕੀਟ ਹਸਤ ਸਮਾਨਿਆ। ਉਹ ਅਕਾਲ ਪੁਰਖ ਵਾਹਿਗੁਰੂ ਜਲਾਂ ਥਲਾਂ ਦੇ ਵਿੱਚ ਤੇ ਮਹੀ ਧਰਤੀ ਤੇ ਆਕਾਸ਼ ਦੇ ਵਿੱਚ ਵੀ ਪੂਰੀ ਤਰ੍ਹਾਂ ਪੂਰਨ ਹੋ ਰਿਹਾ ਹੈ। ਅਥਵਾ ਜਲ ਥਲ ਮਹੀਅਲ ਪੂਰ ਪੂਰਨ, ਜਲ ਪ੍ਰੇਮੀਆਂ ਵਿੱਚ, ਥਲ ਸਕਾਮੀਆਂ ਵਿੱਚ, ਮਹੀ ਜਿਹੜੇ ਬੁੱਧੀਵਾਨ ਲੋਕ ਨੇ, ਅਲ ਜਿਹੜੇ ਦਸਵੇਂ ਦੁਆਰ ਦੇ ਧਾਰਨੀ ਨੇ, ਐਸੇ ਜਿਹੜੇ ਯੋਗੀ ਪੁਰਸ਼ ਨੇ, ਉਹਨਾਂ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ। ਕੀਟ ਹਸਤ ਸਮਾਨਿਆ, ਕੀੜੀ ਤੋਂ ਲੈ ਕੇ ਹਾਥੀ ਤੱਕ ਜਿਤਨੇ ਵੀ ਛੋਟੇ ਵੱਡੇ ਜੀਵ ਨੇ, ਉਹਨਾਂ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਸਮਾ ਰਿਹਾ ਹੈ।
ਆਦ ਅੰਤੇ ਮਦ ਸੋਈ ਗੁਰ ਪ੍ਰਸਾਦੀ ਜਾਣਿਆ। ਲੋ ਹਜ਼ੂਰ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਅਸੀਂ ਇਹ ਜਾਣਿਆ ਹੈ। ਕੀ ਜਾਣਿਆ ਹੈ? ਆਦ ਅੰਤੇ ਮਦ ਸੋਈ। ਸੰਸਾਰ ਦੇ ਆਦ ਕਾਲ ਦੇ ਵਿੱਚ ਵੀ ਉਹ ਵਾਹਿਗੁਰੂ ਮੌਜੂਦ ਸੀ ਤੇ ਅੰਤ ਦੇ ਸਮੇਂ ਵੀ ਉਹ ਵਾਹਿਗੁਰੂ ਪਰਮੇਸ਼ਰ ਮੌਜੂਦ ਹੋਵੇਗਾ। ਤੇ ਮੱਧ ਹੁਣ ਵਰਤਮਾਨ ਕਾਲ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੈ। ਆਦ ਵਿੱਚ ਉਹ ਕਰਤਾ ਪੁਰਖ ਰੂਪ ਦੇ ਵਿੱਚ ਮੌਜੂਦ ਸੀ ਤੇ ਮੱਧ ਵਿੱਚ ਵਿਆਪਕ ਸਰੂਪ ਹੋ ਕੇ ਪਰਿਪੂਰਨ ਹੋ ਰਿਹਾ ਹੈ ਤੇ ਅੰਤ ਨੂੰ ਵਾਹਿਗੁਰੂ ਸਿਧਾਂਤ ਰੂਪ ਹੋ ਕੇ ਤਤਸਾਰ ਰੂਪ ਹੋ ਕੇ ਪ੍ਰਕਾਸ਼ਮਾਨ ਰਹੇਗਾ। ਤੇ ਅਸੀਂ ਗੁਰੂ ਦੀ ਕਿਰਪਾ ਦੁਆਰਾ ਉਸ ਨੂੰ ਤਿੰਨੇ ਕਾਲਾਂ ਵਿੱਚ ਵਿਆਪਕ ਜਾਣਿਆ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਤਿੰਨੇ ਕਾਲਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਸਾਨੂੰ ਦਿਸ ਪਿਆ ਹੈ। ਬ੍ਰਹਮ ਪਸਰਿਆ ਬ੍ਰਹਮ ਲੀਲਾ, ਗੋਬਿੰਦ ਗੁਣ ਨਿਧ ਜਨ ਕਹਿਆ। ਉਹ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਪਸਰਿਆ ਫੈਲਿਆ ਹੋਇਆ ਤੇ ਬ੍ਰਹਮ ਲੀਲਾ ਜਿਤਨਾ ਵੀ ਸੰਸਾਰ ਹੈ ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਲੀਲਾ ਹੈ। ਇਹ ਕੁਸ਼ਤੀ ਖੇਡ ਹੈ। ਬਾਜੀ ਗਰ ਜੈਸੀ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਗੋ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕੰਕਾਰ। ਇਹ ਸੰਸਾਰ ਸਾਰੀ ਵਾਹਿਗੁਰੂ ਦੀ ਲੀਲਾ ਹੈ। ਗੋਬਿੰਦ ਗੁਣ ਨਿਧ ਜਨ ਕਹਿਆ। ਉਸ ਗੋਬਿੰਦ ਜੋ ਗੋ ਇੰਦਰੀਆਂ ਦਾ ਵਿੰਦ ਪ੍ਰਕਾਸ਼ਕ ਤੇ ਗੁਣਾਂ ਦਾ ਨਿਧ ਖਜ਼ਾਨਾ ਅਕਾਲ ਪੁਰਖ ਹੈ ਤੇ ਵਾਹਿਗੁਰੂ ਦੇ ਜਨ ਦਾਸਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ, ਗੁਣਾਂ ਨੂੰ ਉਚਾਰਨ ਕੀਤਾ ਹੈ। ਸਿਮਰ ਸੁਆਮੀ ਅੰਤਰਜਾਮੀ, ਹਰ ਏਕ ਨਾਨਕ ਰਵ ਰਹਿਆ। ਹਜ਼ੂਰ ਕਹਿੰਦੇ ਨੇ ਸਿਮਰ ਸੁਆਮੀ ਅੰਤਰਜਾਮੀ, ਤੁਸੀਂ ਉਸ ਅੰਤਰਜਾਮੀ ਤੇ ਸਭ ਦੁਨੀਆ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ। ਹਰ ਏਕ ਨਾਨਕ ਰਵ ਰਹਿਆ ਤੇ ਨਾਲ ਇਹ ਗੱਲ ਜਾਣੋ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਦਿਨ ਰੈਣ ਸੁਹਾਵੜੀ ਆਈ, ਸਿਮਰਤ ਨਾਮ ਹਰੇ। ਲਓ ਹੁਣ ਅੱਗੇ ਨਾਮ ਦੀ ਮਹਿਮਾ ਫਿਰ ਸਤਿਗੁਰੂ ਉਚਾਰਨ ਕਰਦੇ ਹਨ। ਗੁਰਮੁਖੋ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਿਆਂ ਹੋਇਆਂ ਦਿਨ ਰੈਣ ਸੁਹਾਵੜੀ ਆਈ। ਦਿਨ ਵੀ ਸੁਹਾਵਣਾ ਆ ਗਿਆ ਤੇ ਰਾਤ ਵੀ ਸੁਹਾਵਣੀ ਆ ਗਈ। ਆ ਵਾਹਿਗੁਰੂ ਦਾ ਨਾਮ ਸਿਮਰਨ ਕਰਦਿਆਂ ਹੋਇਆਂ ਦਿਨ ਰਾਤ ਬੜੇ ਸੁਹਾਵਣੇ ਬਣ ਗਏ। ਚਰਨ ਕਮਲ ਸੰਗ ਪ੍ਰੀਤ, ਕਲਮਲ ਪਾਪ ਟਰੇ। ਅਸੀਂ ਜਦੋਂ ਦੀ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੀਤੀ ਕੀਤੀ ਹੈ, ਕਲਮਲ ਪਾਪ ਟਰੇ। ਉਸ ਵੇਲੇ ਦੇ ਜਿਹੜੇ ਕਲਯੁਗ ਦੇ ਮਲ ਰੂਪ ਪਾਪ ਸਨ ਅਥਵਾ ਜਿਹੜੇ ਛੋਟੇ ਵੱਡੇ ਪਾਪ ਸਨ ਉਹ ਸਾਰੇ ਹੀ ਟਲ ਗਏ। ਦੁਖ ਭੂਖ ਦਾਰਿਦਰ ਨਾਠੇ, ਪ੍ਰਗਟ ਮਗ ਦਿਖਾਇਆ। ਲੋ ਵਾਹਿਗੁਰੂ ਦੀ ਐਸੀ ਮਿਹਰ ਹੋਈ ਹੈ ਸਿਮਰਨ ਕਰਦਿਆਂ ਹੋਇਆਂ ਦੁਖ ਭੂਖ ਦਾਰਿਦਰ ਨਾਠੇ। ਸਾਰੇ ਦੁੱਖ ਵੀ ਤੇ ਭੁੱਖ ਵੀ ਤੇ ਦਰਿਦਰ ਵੀ ਸਾਰੇ ਨਾਠੇ, ਨਾਸ ਹੋ ਗਏ। ਪ੍ਰਗਟ ਮਗ ਦਿਖਾਇਆ ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਇੱਕ ਪ੍ਰਗਟ ਰਸਤਾ, ਇੱਕ ਜ਼ਾਹਰਾ ਰਸਤਾ ਸਾਨੂੰ ਦਿਖਾ ਦਿੱਤਾ ਹੈ। ਇਹਦਾ ਮਤਲਬ ਇਹ ਹੈ ਵੀ ਵਾਹਿਗੁਰੂ ਦੇ ਮਿਲਣ ਦਾ ਪ੍ਰਤੱਖ ਰਸਤਾ ਵੀ ਸਾਨੂੰ ਵਾਹਿਗੁਰੂ ਨੇ ਦਿਖਾ ਦਿੱਤਾ। ਜਦੋਂ ਮਨੁੱਖ ਸਿਮਰਨ ਕਰਦਾ ਹੈ ਨਾ ਤੇ ਸਿਮਰਨ ਕਰਦਿਆਂ ਹੋਇਆਂ ਤੇ ਆਪਣੇ ਆਪ ਹੀ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਨਜ਼ਰ ਆਉਣ ਲੱਗ ਜਾਂਦਾ ਵੀ ਕਿਵੇਂ ਰੱਬ ਮਿਲ ਸਕਦਾ ਹੈ। ਹੁਣ ਤੇ ਸਾਨੂੰ ਕੁਝ ਵੀ ਪਤਾ ਨਹੀਂ ਲੱਗਦਾ, ਜੇ ਅੱਖਾਂ ਵੀ ਬੰਦ ਕਰਕੇ ਬੈਠਦੀਆਂ ਹਨੇਰਾ ਹੀ ਹਨੇਰਾ ਦਿਸਦਾ। ਪਰ ਜਦੋਂ ਵਾਹਿਗੁਰੂ ਦੀ ਮਿਹਰ ਹੁੰਦੀ, ਗੱਲ ਤਾਂ ਸਾਰੀ ਮਿਹਰ ਦੀ ਹੈ ਨਾ, ਜਦੋਂ ਮਿਹਰ ਹੋ ਜਾਂਦੀ ਹੈ, ਜਿੱਥੇ ਦੁੱਖ ਭੁੱਖ ਦਲਿੱਦਰ ਨਾਸ ਹੁੰਦੇ ਨੇ ਉੱਥੇ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਵੀ ਪ੍ਰਗਟ ਵੀ ਉਹ ਦਿਸਣ ਲੱਗ ਜਾਂਦਾ ਹੈ। ਮਿਲ ਸਾਧ ਸੰਗੇ ਨਾਮ ਰੰਗੇ, ਮਨ ਲੋੜੀਂਦਾ ਪਾਇਆ। ਲੋ ਹਜ਼ੂਰ ਕਹਿੰਦੇ ਨੇ ਭਾਈ ਸਾਧ ਸੰਗਤ ਦੇ ਨਾਲ ਮਿਲ ਕੇ ਨਾਮ ਰੰਗੇ ਤੇ ਆਪਣੇ ਮਨ ਨੂੰ ਨਾਮ ਦੇ ਰੰਗ ਵਿੱਚ ਰੰਗ ਕੇ ਮਨ ਲੋੜੀਂਦਾ ਪਾਇਆ। ਜੋ ਮਨ ਵਿੱਚ ਲੋੜੀਂਦਾ ਸੀ, ਜਿਸ ਨੂੰ ਅਸੀਂ ਮਨ ਵਿੱਚ ਚਾਹੁੰਦੇ ਸਾਂ, ਪਸੰਦ ਕਰਦੇ ਸਾਂ, ਪਾਇਆ। ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ। ਹਰ ਦੇਖ ਦਰਸ਼ਨ ਇੱਛ ਪੁੰਨੀ, ਕੁਲ ਸੰਬੂਹਾ ਸਭ ਤਰੇ। ਉਸ ਵਾਹਿਗੁਰੂ ਦੇ ਦਰਸ਼ਨ ਦੇਖ ਕੇ ਸਾਡੀ ਇੱਛਾ ਪੂਰੀ ਹੋ ਗਈ। ਕੁਲ ਸੰਬੂਹਾ ਸਭ ਤਰੇ ਤੇ ਸਾਡੀਆਂ ਸਾਰੀਆਂ ਸਮੂਹ ਕੁਲਾਂ ਵੀ ਤਰ ਗਈਆਂ ਨੇ, ਅਥਵਾ ਕੁਲ ਸਮੂਹਾਂ ਸਾਰੀਆਂ ਕੁਲਾਂ ਵੀ ਤਰ ਗਈਆਂ ਤੇ ਸਭ ਤਰੇ ਜਿਹੜੇ ਸਾਡੇ ਹੋਰ ਸੰਗੀ ਸਾਥੀ ਸਨ ਉਹ ਵੀ ਤਰ ਗਏ।
ਦਿਨ ਸਰੈਣ ਆਨੰਦ ਅਨਦਿਨ ਸਿਮਰੰਤ ਨਾਨਕ ਹਰਿ ਹਰੇ। ਹਜ਼ੂਰ ਕਹਿੰਦੇ ਦਿਨ ਸਰੈਣ ਆਨੰਦ ਅਨਦਿਨ। ਹੁਣ ਦਿਨ ਰਾਤ, ਅਨਦਿਨ ਦਾ ਅਰਥ ਲਗਾਤਾਰ, ਇੱਕ ਰਸ ਆਨੰਦ ਪ੍ਰਾਪਤ ਹੋ ਗਏ ਹਨ। ਸਿਮਰੰਤ ਨਾਨਕ ਹਰਿ ਹਰੇ, ਕਿਵੇਂ? ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ। ਵਾਹਿਗੁਰੂ 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 ਦਾ ਸਿਮਰਨ ਕਰਦਿਆਂ ਹੋਇਆਂ ਹੁਣ ਦਿਨ ਰਾਤ ਲਗਾਤਾਰ ਸਾਨੂੰ ਆਨੰਦ ਪ੍ਰਾਪਤ ਹੋ ਗਏ ਹਨ। ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੋਰ ਸ਼ੰਤ ਬਾਣੀ ਉਚਾਰਨ ਕਰ ਰਹੇ ਹਨ। ਆਸਾ ਮਹੱਲਾ ਪੰਜਵਾਂ। ਸ਼ੰਤ ਘਰ ਸਤਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸ਼ਲੋਕ। ਸ਼ੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ। ਆਸਾ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਸ਼ੰਤ ਉਚਾਰਨ ਕਰਦੇ ਨੇ। ਇਹ ਅਗਲੇ ਸ਼ੰਤ ਘਰ ਸਤਵਾਂ, ਸਤਵੇਂ ਘਰ ਸੁਰਤਾਲ ਦੇ ਵਿੱਚ ਉਚਾਰਨ ਕੀਤੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ। ਗੁਰ ਪ੍ਰਸਾਦ ਉਹ ਗੁਰੂ ਦੀ ਮਿਹਰ ਨਾਲ ਪਾਈ ਪ੍ਰਾਪਤ ਹੁੰਦਾ ਹੈ। ਸ਼ਲੋਕ ਲਿਖ ਕੇ ਫਿਰ ਅੱਗੇ ਸਤਿਗੁਰੂ ਮਹਾਰਾਜ ਸ਼ੰਤ ਉਚਾਰਨ ਕਰ ਰਹੇ ਹਨ। ਸ਼ੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ। ਨਾਨਕ ਨਾਮ ਨਾ ਵਿਸਰੋ ਇੱਕ ਘੜੀ, ਕਰ ਕਿਰਪਾ ਭਗਵੰਤ। ਇਸ ਸ਼ਲੋਕ ਦਾ ਅਨਵੇਂ ਕਰਕੇ ਅਰਥ ਲੱਗੇਗਾ, ਕਰ ਕਿਰਪਾ ਭਗਵੰਤ। ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਮਿਹਰ ਕਰੋ। ਤੁਸੀਂ ਕੀ ਚਾਹੁੰਦੇ ਹੋ? ਸ਼ੁਭ ਚਿੰਤਨ। ਇੱਕ ਤਾਂ ਸ਼ੁਭ ਚਿੰਤਨ, ਸਾਡੇ ਮਨ ਦੇ ਵਿੱਚ ਚੰਗੇ ਖਿਆਲ ਆਉਣ। ਸੁਭ ਇੱਛਾ ਸੋ ਵਿਚਾਰਨਾ, ਇਹ ਵੀ ਇੱਕ ਪਹਿਲੀ ਭੂਮਿਕਾ ਹੈ, ਪਹਿਲੀ ਅਵਸਥਾ ਹੈ। ਚੰਗੀ ਇੱਛਾ ਪੈਦਾ ਹੋਣੀ, ਚੰਗੀ ਵਿਚਾਰ, ਚੰਗੇ ਖਿਆਲ ਪੈਦਾ ਹੋਣੇ। ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਮਿਹਰ ਕਰੋ। ਇੱਕ ਤਾਂ ਸ਼ੁਭ ਚਿੰਤਨ, ਸਾਡੇ ਸ਼ੁਭ ਖਿਆਲ ਸਾਡੇ ਅੰਦਰ ਪੈਦਾ ਹੋਵਣ, ਬੁਰੇ ਖਿਆਲ ਨਾ ਆਉਣ। ਗੋਬਿੰਦ ਰਮਨ, ਦੂਸਰੀ ਗੱਲ ਅਸੀਂ ਵਾਹਿਗੁਰੂ ਦਾ ਸਿਮਰਨ ਕਰੀਏ। ਤੀਸਰੀ ਗੱਲ ਨਿਰਮਲ ਸਾਧੂ ਸੰਗ, ਵੀ ਜਿਹੜੀ ਨਿਰਮਲ ਸਾਧੂ ਮਹਾਂਪੁਰਖਾਂ ਦੀ ਸੰਗਤ ਹੈ ਉਹ ਸਾਨੂੰ ਹਮੇਸ਼ਾ ਲਈ ਪ੍ਰਾਪਤ ਹੋ ਜਾਵੇ। ਤੇ ਚੌਥੀ ਗੱਲ ਨਾਨਕ ਨਾਮ ਨਾ ਵਿਸਰੋ ਇੱਕ ਘੜੀ, ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇੱਕ ਘੜੀ ਭਰ ਵੀ ਸਾਨੂੰ ਕਦੀ ਨਾ ਭੁੱਲੇ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਚਾਰ ਮੰਗਾਂ ਵਾਹਿਗੁਰੂ ਪਾਸੋਂ ਸਾਨੂੰ ਮੰਗਣੀਆਂ ਚਾਹੀਦੀਆਂ ਨੇ। ਅੱਗੇ ਹੁਣ ਸ਼ੰਤ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਭੂ ਦੇ ਪਿਆਰੇ ਮਹਾਂਪੁਰਖਾਂ ਦੀ ਅਵਸਥਾ ਬਿਆਨ ਕਰਨ ਲੱਗੇ ਹਨ। ਸ਼ੰਤ ਭਿੰਨੀ ਰੈਣੜੀਐ ਚਮਕਣ ਤਾਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਭਿੰਨੀ ਰੈਣੜੀਐ, ਜਦੋਂ ਤਰੇਲ ਦੇ ਨਾਲ ਰਾਤ ਭਿੱਜੀ ਹੋਵੇ, ਚਮਕਣ ਤਾਰੇ, ਤੇ ਉਸ ਵੇਲੇ ਆਕਾਸ਼ ਵਿੱਚ ਤਾਰੇ ਵੀ ਚਮਕਦੇ ਨੇ। ਜਾਗਹਿ ਸੰਤ ਜਨਾ ਮੇਰੇ RAM ਪਿਆਰੇ। ਵੀ ਇਹੋ ਜਿਹੀ ਸੁਹਾਵਣੀ ਰਾਤ ਵਿੱਚ ਚੰਦਰਮਾ ਦੀ ਚਾਨਣੀ ਹੋਵੇ, ਮਿੱਠੀ ਮਿੱਠੀ ਅੰਮ੍ਰਿਤ ਦੀ ਫੁਹਾਰ ਹੋਵੇ, ਤਰੇਲ ਦੇ ਤੁਪਕੇ ਹੇਠਾਂ ਨੂੰ ਡਿੱਗ ਰਹੇ ਹੋਣ, ਜਾਂ ਥੋੜ੍ਹੀ ਥੋੜ੍ਹੀ ਬੂੰਦਾ ਬਾਂਦੀ ਹੋ ਰਹੀ ਹੋਵੇ, ਤਾਰੇ ਚਮਕ ਰਹੇ ਹੋਣ, ਇਹੋ ਜਿਹੇ ਸੋਹਣੇ ਮਾਹੌਲ ਦੇ ਵਿੱਚ ਜਾਗਹਿ ਸੰਤ ਜਨਾ ਮੇਰੇ RAM ਪਿਆਰੇ। ਵੀ ਜਿਹੜੇ ਸੰਤ ਜਨ ਨੇ, ਮੇਰੇ RAM, ਮੇਰੇ ਪਤੀ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਨੇ, ਉਹ ਭਾਈ ਇਹੋ ਜਿਹੀ ਵੀ ਉਹ ਭਿੰਨੜੀ ਰਾਤ ਵਿੱਚ ਜਾਗਦੇ ਨੇ। ਤੇ ਜਾਗ ਕੇ ਫਿਰ ਉਹ ਕਰਦੇ ਕੀ ਨੇ? ਹੁਣ ਬਹੁਤੇ ਲੋਕ ਤਾਂ ਕਿ ਰਾਤ ਨੂੰ ਕੋਈ ਕੰਮ ਕਰਦੇ ਨੇ, ਕੋਈ ਟੈਲੀਵਿਜ਼ਨ ਦੇਖਦੇ ਨੇ, ਕੋਈ ਪੱਬਾਂ ਕਲੱਬਾਂ ਵਿੱਚ ਸਾਰੀ ਸਾਰੀ ਰਾਤ ਖੱਪ ਪਾਉਂਦੇ ਹਨ। ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਉਹ ਰਾਤ ਨੂੰ ਜਾਗ ਕੇ ਕਰਦੇ ਕੀ ਨੇ? ਲਓ ਹੁਣ ਉਹਦੇ ਬਾਰੇ ਸਤਿਗੁਰੂ ਅੱਗੇ ਨਿਰਣਾ ਕਰਦੇ ਹਨ। RAM ਪਿਆਰੇ ਸਦਾ ਜਾਗਹਿ ਨਾਮ ਸਿਮਰਹਿ ਅਨ ਦਿਨੋ। ਗੁਰਮੁਖੋ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਹਮੇਸ਼ਾ ਲਈ ਜਾਗਦੇ ਨੇ ਤੇ ਰਾਤ ਦਿਨ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਜਾਂ ਤੇ ਕੀਰਤਨ ਵਿੱਚ ਜਾਗਣਾ ਸਭ ਤੋਂ ਉੱਤਮ ਹੈ, ਤੇ ਜਾਂ ਵਾਹਿਗੁਰੂ ਦੇ ਸਿਮਰਨ ਵਿੱਚ ਜਾਗਣਾ ਇਹ ਸਭ ਤੋਂ ਉੱਤਮ ਹੈ। ਇਉਂ ਵਾਹਿਗੁਰੂ ਦੇ ਪਿਆਰੇ ਭਾਈ ਹਮੇਸ਼ਾ ਲਈ ਜਾਗਦੇ ਨੇ ਤੇ ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਚਰਨ ਕਮਲ ਧਿਆਨ ਹਿਰਦੈ, ਪ੍ਰਭ ਬਿਸਰ ਨਾਹੀ ਇੱਕ ਖਿਨੋ। ਹਜ਼ੂਰ ਫਰਮਾਉਂਦੇ ਨੇ ਚਰਨ ਕਮਲ ਧਿਆਨ ਹਿਰਦੈ, ਉਹਨਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਧਿਆਨ ਵਸਿਆ ਹੁੰਦਾ। ਪ੍ਰਭ ਬਿਸਰ ਨਾਹੀ ਇੱਕ ਖਿਨੋ, ਇੱਕ ਖਿਨ ਮਾਤਰ ਵੀ, ਅੱਧਾ ਮਿੰਟ ਸੈਕਿੰਡ ਵੀ ਉਹਨਾਂ ਨੂੰ ਕਦੇ ਵਾਹਿਗੁਰੂ ਪਰਮੇਸ਼ਰ ਭੁੱਲਦਾ ਨਹੀਂ ਹੈ। ਤਜ ਮਾਨ ਮੋਹ ਬੇਕਾਰ ਮਨ ਕਾ, ਕਲਮਲਾ ਦੁਖ ਜਾਰੇ। ਲਓ ਜਿਹੜੇ ਐਸੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ, ਉਹ ਐਸੀ ਭਿੰਨੜੀ ਰਾਤ ਵਿੱਚ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਤੇ ਸਿਮਰਨ ਕਰਦਿਆਂ ਹੋਇਆਂ ਧਿਆਨ ਵਾਹਿਗੁਰੂ ਦੇ ਚਰਨਾਂ ਵਿੱਚ ਜੋੜੀ ਰੱਖਦੇ ਨੇ। ਤੇ ਨਾਲ ਦੀ ਨਾਲ ਤਜ ਮਾਨ ਮੋਹ ਬੇਕਾਰ ਮਨ ਕਾ, ਤੇ ਜਿਹੜਾ ਤਜ ਮਾਨ ਛੱਡ ਕੇ ਤੇ ਮੋਹ ਛੱਡ ਕੇ, ਬੇਕਾਰ ਮਨ ਕਾ ਜਿਹੜਾ ਮਨ ਦਾ ਵਿਕਾਰ ਹੈ, ਭਾਵ ਬੁਰਾ ਖਿਆਲ ਹੈ, ਇਹਨੂੰ ਵੀ ਛੱਡ ਕੇ ਕਲਮਲਾ ਦੁੱਖ ਜਾਰੇ, ਤੇ ਜਿੰਨੇ ਪਾਪ ਨੇ ਤੇ ਦੁੱਖ ਨੇ ਉਹਨਾਂ ਨੂੰ ਸਾੜ ਦਿੰਦੇ ਨੇ। ਵਾਹਿਗੁਰੂ ਦੇ ਸਿਮਰਨ ਦੁਆਰਾ ਇਹਨਾਂ ਵਿਕਾਰਾਂ ਨੂੰ ਵੀ ਛੱਡ ਦਿੰਦੇ ਨੇ ਤੇ ਨਾਲ ਪਾਪਾਂ ਤੇ ਦੁੱਖਾਂ ਨੂੰ ਵੀ ਸਾੜ ਦਿੰਦੇ ਹਨ। ਬਿਨਵੰਤ ਨਾਨਕ ਸਦਾ ਜਾਗੈ ਹੈ, ਹਰ ਦਾਸ ਸੰਤ ਪਿਆਰੇ। ਬੇਨਤੀ ਪੂਰਵਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਨੇ, ਵਾਹਿਗੁਰੂ ਦੇ ਦਾਸ ਸੰਤ ਭਗਤ ਨੇ, ਉਹ ਵੀ ਹਮੇਸ਼ਾ ਲਈ ਜਾਗਦੇ ਰਹਿੰਦੇ ਨੇ। ਠੀਕ ਹੈ, ਭਾਵੇਂ ਸਰੀਰ ਨੂੰ ਵੀ ਆਰਾਮ ਦੀ ਲੋੜ ਹੁੰਦੀ ਹੈ। ਡਾਕਟਰੀ ਲਿਹਾਜ਼ ਦੇ ਨਾਲ ਵੀ ਕਹਿੰਦੇ ਨੇ ਘੱਟ ਤੋਂ ਘੱਟ 6 ਘੰਟੇ ਤਾਂ ਨੀਂਦ ਆਉਣੀ ਚਾਹੀਦੀ ਹੈ। ਤੇ ਜਿਸ ਬੰਦੇ ਨੇ ਕੋਈ ਹਾਰਡ ਵਰਕ ਕਰਨਾ ਹੋਵੇ, ਔਖਾ ਕੰਮ ਕਰਨਾ ਹੋਵੇ, ਉਹਨੂੰ 7 ਘੰਟੇ 8 ਘੰਟੇ ਵੀ ਨੀਂਦ ਚਾਹੀਦੀ ਹੈ। ਪਰ ਮਹਾਂਪੁਰਖ ਸਰੀਰ ਕਰਕੇ ਤਾਂ ਉਹ ਵੀ ਆਰਾਮ ਕਰਦੇ ਨੇ, ਪਰ ਉਹ ਸੁਰਤ ਕਰਕੇ ਜਾਗਦੇ ਰਹਿੰਦੇ ਨੇ। ਇਸ ਲਈ ਆਰਾਮ ਤੇ ਸਰੀਰ ਨੂੰ ਰੈਸਟ ਤਾਂ ਚਾਹੀਦੀ ਹੈ ਸਾਰਿਆਂ ਨੂੰ, ਪਰ ਉਹ ਮਨ ਕਰਕੇ ਸੁਰਤ ਕਰਕੇ ਹਮੇਸ਼ਾ ਲਈ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਜਾਗਦੇ ਹਨ। ਮੇਰੀ ਸੇਜੜੀ ਹੈ ਆਡੰਬਰ ਬਣਿਆ। ਲੋ ਹਜ਼ੂਰ ਕਹਿੰਦੇ ਨੇ ਹੁਣ ਸਾਡੀ ਜਿਹੜੀ ਇਹ ਅੰਤःਕਰਨ ਦੀ ਸੇਜ ਹੈ, ਇਹ ਸਾਡੀ ਸੇਜਾ ਤੇ ਆਡੰਬਰ ਬਣਿਆ। ਆਡੰਬਰ ਦਾ ਅਰਥ ਬਹੁਤ ਸੋਹਣਾ ਠਾਠ ਬਾਠ ਬਣਿਆ ਹੋਇਆ। ਆਡੰਬਰ ਦਾ ਅਰਥ ਹੁੰਦਾ ਠਾਠ ਬਾਠ, ਵੀ ਮੇਰੀ ਹਿਰਦੇ ਰੂਪੀ ਸੇਜਾ ਤੇ ਬੜਾ ਸੋਹਣਾ ਠਾਠ ਬਾਠ ਬਣਿਆ ਹੋਇਆ ਹੈ। ਮਹਾਂਪੁਰਖ ਵਿਚਾਰ ਦੱਸਦੇ ਸਨ ਵੀ ਅੰਤःਕਰਨ ਇੱਕ ਸੇਜਾ ਹੈ। ਜਿਹੜੀਆਂ ਅੰਤःਕਰਨ ਦੀਆਂ 4 ਬਿਰਤੀਆਂ ਨੇ, ਮਨ ਬੁੱਧ ਚਿੱਤ ਹੰਕਾਰ, ਇਹ ਮਾਨੋ ਇਹ 2 ਬਾਹੀਆਂ ਤੇ 2 ਸਿਰਵੇ ਨੇ। ਤੇ ਜਿਹੜੇ 4 ਮਹਾਂਵਾਕ ਨੇ, ਇਹ ਮਾਨੋ ਉਸ ਤੇ ਪਾਵੇ ਨੇ। ਇਸ ਸੇਜਾ ਨੂੰ ਪ੍ਰੇਮ ਦੇ ਬਾਣ ਦੇ ਨਾਲ ਬੁਣਿਆ ਗਿਆ ਹੈ। ਫਿਰ ਇਹਦੇ ਉੱਤੇ ਦਵੈਤ ਦਾ ਦਲਨਾ ਦਰੀ ਵਿਛਾਈ ਗਈ ਹੈ ਅਤੇ ਸਮਤਾ ਦੀ ਵਿਛਾਈ ਕੀਤੀ ਹੋਈ ਹੈ। ਤੇ ਇਸ ਸੁੰਦਰ ਸੇਜਾ ਦੇ ਉੱਤੇ ਸ਼ਰਧਾ ਦੀ ਚਿੱਟੀ ਚਾਦਰ ਵਿਛਾਈ ਹੋਈ ਹੈ। ਫਿਰ ਇਹਦੇ ਉੱਤੇ ਸਤ ਸੰਤੋਖ ਆਦਿਕ ਦੇਵੀ ਗੁਣਾਂ ਦੇ ਫੁੱਲ ਵੀ ਇਹਦੇ ਉੱਤੇ ਵਿਛਾਏ ਹੋਏ ਨੇ। ਤੇ ਜਿਹੜਾ ਸਿਰਹਾਨਾ ਹੰਕਾਰ ਨੂੰ ਨਾਸ਼ ਕਰਨਾ, ਇਹ ਮਾਨੋ ਸੁੰਦਰ ਸਿਰਹਾਣਾ ਵੀ ਰੱਖਿਆ ਹੋਇਆ ਹੈ। ਰੱਬ ਦੀ ਰਜ਼ਾ ਦੇ ਵਿੱਚ ਚੱਲਣਾ, ਇਹ ਮਾਨੋ ਸੁੰਦਰ ਰਜਾਈ ਵੀ ਇਹਦੇ ਉੱਤੇ ਰੱਖੀ ਹੋਈ ਹੈ। ਮੇਰੀ ਸੇਜੜੀਆ ਆਡੰਬਰ ਬਣਿਆ, ਇਉਂ ਮੇਰੀ ਇਹ ਹਿਰਦੇ ਰੂਪੀ ਸੇਜਾ ਦੇ ਉੱਤੇ ਬੜਾ ਸੋਹਣਾ ਠਾਠ ਬਾਠ ਬਣਿਆ ਹੋਇਆ ਹੈ। ਮਨ ਆਨੰਦ ਭਇਆ ਪ੍ਰਭ ਆਵਤ ਸੁਣਿਆ। ਲਓ ਹਜ਼ੂਰ ਕਹਿੰਦੇ ਨੇ, ਜਦੋਂ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਆਉਣ ਬਾਰੇ ਸੁਣਿਆ ਨਾ, ਬਈ ਉਹ ਪਤੀ ਪਰਮੇਸ਼ਰ ਆ ਰਿਹਾ ਹੈ, ਮਨ ਆਨੰਦ ਭਇਆ, ਮੇਰੇ ਮਨ ਦੇ ਵਿੱਚ ਬੜਾ ਹੀ ਆਨੰਦ ਪ੍ਰਗਟ ਹੋਇਆ। ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ, ਚਾਵ ਮੰਗਲ ਰਸ ਭਰੇ। ਆਖਰ ਪ੍ਰਭ ਮਿਲੇ ਸੁਆਮੀ, ਉਹ ਪਤੀ ਪਰਮੇਸ਼ਰ ਜੀ ਆ ਕੇ ਸਾਨੂੰ ਮਿਲੇ। ਸੁਖ ਹੈ ਗਾਮੀ, ਜੋ ਹਮੇਸ਼ਾ ਲਈ ਸੁੱਖਾਂ ਦੀ ਸੈਰ ਕਰਵਾਉਣ ਵਾਲੇ ਨੇ, ਭਾਵ ਬੜੇ ਅਮਨ ਚੈਨ ਦੇ ਨਾਲ ਸਾਨੂੰ ਕਦੇ ਕਿਸੇ ਅਵਸਥਾ ਦੇ ਵਿੱਚ, ਕਦੇ ਕਿਸੇ ਦੇਸ਼ ਦੀ ਸੈਰ ਕਰਵਾਉਂਦੇ ਨੇ। ਉਹ ਸਾਨੂੰ ਸਵਾਮੀ ਪਤੀ ਪਰਮੇਸ਼ਰ ਜੀ ਮਿਲ ਗਏ। ਚਾਵ ਮੰਗਲ ਰਸ ਭਰੇ, ਬੜੇ ਚਾਵਾਂ ਦੇ ਨਾਲ ਤੇ ਮੰਗਲ ਜਸ ਤੇ ਖੁਸ਼ੀਆਂ ਦੇ ਨਾਲ ਤੇ ਰਸ ਪ੍ਰੇਮ ਦੇ ਨਾਲ ਭਰੇ ਹੋਏ ਸਾਨੂੰ ਪਤੀ ਪਰਮੇਸ਼ਰ ਜੀ ਮਿਲੇ। ਅੰਗ ਸੰਗ ਲਾਗੇ ਦੁਖ ਭਾਗੇ, ਪ੍ਰਾਣ ਮਨ ਤਨ ਸਭ ਹਰੇ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਅੰਗ ਸੰਗ ਲਾਗੇ, ਅੰਗ ਦਾ ਅਰਥ ਹੈ ਹਿਰਦਾ,
ਉਹ ਜਦੋਂ ਸਾਡੇ ਹਿਰਦੇ ਨੂੰ, ਸਾਡੇ ਸੀਨੇ ਨੂੰ ਆ ਕੇ ਲੱਗੇ, ਸਾਡੇ ਦਿਲ ਨੂੰ ਆ ਕੇ ਲੱਗੇ, ਦੁੱਖ ਭਾਗੇ, ਸਾਡੇ ਸਾਰੇ ਦੁੱਖ ਭੱਜ ਗਏ। ਪ੍ਰਾਣ ਮਨ ਤਨ ਸਭ ਹਰੇ, ਤੇ ਸਾਡੇ ਪ੍ਰਾਣ, ਮਨ ਵੀ ਤੇ ਤਨ ਸਰੀਰ ਸਭ ਹਰੇ ਭਰੇ ਹੋ ਗਏ। ਮਨ ਇੱਛ ਪਾਈ ਪ੍ਰਭ ਤੇ ਆਈ, ਸੰਜੋਗ ਸਾਹਾ ਸੁਭ ਗਣਿਆ। ਲੋ ਹਜ਼ੂਰ ਕਹਿੰਦੇ ਨੇ ਅਸੀਂ ਮਾਨਸ ਦਾਤ ਪ੍ਰਾਪਤ ਕਰ ਲਈ। ਕਿਵੇਂ? ਪ੍ਰਭ ਤੇ ਆਈ, ਵਾਹਿਗੁਰੂ ਦਾ ਸਿਮਰਨ ਕਰਕੇ। ਸੰਜੋਗ ਸਾਹਾ ਸੁਭ ਗਣਿਆ, ਤੇ ਅਸੀਂ ਉਸ ਵਾਹਿਗੁਰੂ ਦੇ ਸੰਜੋਗ ਦਾ ਬੜਾ ਸੁੰਦਰ ਸਾਹਾ ਗਣਿਆ ਦਾ ਅਰਥ ਵਿਚਾਰਿਆ ਸੀ, ਜਿਸ ਦਾ ਸਦਕਾ ਵੀ ਸਾਡੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਡੀ ਸੰਧੀ ਹੋ ਗਈ, ਉਸ ਵਾਹਿਗੁਰੂ ਦੇ ਨਾਲ ਸਾਡਾ ਮਿਲਾਪ ਹੋ ਗਿਆ। ਬਿਨਵੰਤ ਨਾਨਕ ਮਿਲੇ ਸ੍ਰੀ ਧਰ, ਸਗਲ ਆਨੰਦ ਰਸ ਬਣਿਆ। ਸਾਨੂੰ ਸ਼੍ਰੀ ਧਰ, ਸੋਭਾ ਨੂੰ ਧਾਰਨ ਵਾਲੇ ਅਥਵਾ ਮਾਇਆ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਮਿਲ ਪਏ ਨੇ। ਬੇਨਤੀ ਪੂਰਵਕ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਸਾਨੂੰ ਸ਼੍ਰੀ ਧਰ ਵਾਹਿਗੁਰੂ ਜੀ ਮਿਲੇ ਹਨ, ਅਥਵਾ ਸ਼੍ਰੀ ਧਰ ਸ੍ਰੀ ਸਾਹਿਬ ਨੂੰ ਧਾਰਨ ਕਰਨ ਵਾਲੇ ਵਾਹਿਗੁਰੂ ਜੀ ਸਾਨੂੰ ਮਿਲ ਪਏ। ਸਗਲ ਆਨੰਦ ਰਸ ਬਣਿਆ, ਉਹਦੀ ਮਿਹਰ ਨਾਲ ਸਾਰੇ ਆਨੰਦ ਪ੍ਰਾਪਤ ਹੋ ਗਏ ਨੇ ਤੇ ਨਾਲ ਰਸ ਵੀ ਬਣ ਗਿਆ। ਮਿਲ ਸਖੀਆਂ ਪੁੱਛਿਆ ਹੈ, ਕਹੋ ਕੰਤ ਨੀਸਾਣੀ। ਲੋ ਹਜ਼ੂਰ ਕਹਿੰਦੇ ਨੇ, ਜਦੋਂ ਕਿਸੇ ਰੱਬ ਦੇ ਪਿਆਰੇ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਜਿਹੜੀਆਂ ਹੋਰ ਸਖੀਆਂ ਸਹੇਲੀਆਂ ਨੇ, ਹੋਰ ਗੁਰਸਿੱਖ ਮਾਈ ਭਾਈ ਜਗਿਆਸੂ ਹੁੰਦੇ ਨੇ, ਉਹ ਸਤਸੰਗੀ ਜਾ ਕੇ ਉਸ ਮਹਾਂਪੁਰਖ ਨੂੰ ਪੁੱਛਦੇ ਨੇ, ਕਹੋ ਕੰਤ ਨੀਸਾਣੀ, ਸਾਨੂੰ ਵੀ ਉਸ ਪਤੀ ਪਰਮੇਸ਼ਰ ਦੀ ਕੋਈ ਨਿਸ਼ਾਨੀ ਦੱਸੋ। ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ। ਉਸ ਵਾਹਿਗੁਰੂ ਦੇ ਪ੍ਰੇਮ ਰਸ ਦੇ ਵਿੱਚ ਭਰੀ ਹੋਈ, ਉਹ ਕੁਛ ਵੀ ਆਪਣੇ ਮੂੰਹੋਂ ਬੋਲ ਨਹੀਂ ਸਕਦੀ। ਜੋ ਵਾਹਿਗੁਰੂ ਦੇ ਦਰਸ਼ਨਾਂ ਦਾ, ਉਹਦੇ ਮਿਲਾਪ ਦਾ ਆਨੰਦ ਹੈ, ਉਹਨੂੰ ਆਪਣੇ ਮਨ ਦੇ ਵਿੱਚ ਹੀ ਉਹ ਅਨੁਭਵ ਕਰਦੀ ਹੈ, ਤੇ ਉਸ ਵਾਹਿਗੁਰੂ ਦੇ ਪ੍ਰੇਮ ਰਸ ਦੇ ਵਿੱਚ ਭਰੀ ਹੋਈ ਉਹ ਕੁਛ ਵੀ ਬੋਲਣਾ ਨਹੀਂ ਜਾਣਦੀ, ਕੋਈ ਵੀ ਜਵਾਬ ਨਹੀਂ ਦਿੰਦੀ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਕਥਾ ਅਕਥ ਹੈ। ਇੱਥੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਨੇ ਇੱਕ ਬੜੀ ਸੁੰਦਰ ਗਾਥਾ ਲਿਖੀ ਹੈ। ਉਹ ਕਹਿੰਦੇ ਨੇ, ਇੱਕ ਵਾਰੀ ਕੁਛ ਪ੍ਰੇਮੀਆਂ ਦਾ ਜਥਾ ਪਟਿਆਲੇ ਤੋਂ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਗਿਆ ਔਰ ਉੱਥੇ ਸ਼੍ਰੀ ਅਖੰਡ ਪਾਠ ਆਰੰਭ ਕੀਤਾ। ਉਸ ਜਥੇ ਦੇ ਵਿੱਚ ਇੱਕ ਬੰਦਗੀ ਵਾਲੀ ਰੂਹ ਇੱਕ ਬੀਬੀ ਵੀ ਗਈ ਸੀ, ਔਰ ਉਸ ਬੀਬੀ ਨੇ ਸ਼੍ਰੀ ਅਖੰਡ ਪਾਠ ਦੀ ਰੌਲ ਦੇ ਵਿੱਚ ਵੀ ਸੇਵਾ ਕੀਤੀ। ਜਦੋਂ ਪਾਠ ਕਰ ਰਹੇ ਸੀ ਤੇ ਇਹ ਪੰਕਤੀ ਆ ਗਈ, ਗੁਰ ਕਰਦਾ ਨਿਤ ਜੀ ਦਾਨਾ ਹੈ। ਇੱਥੇ ਆ ਕੇ ਉਹਦੀ ਸੁਰਤ ਟਿਕ ਗਈ ਤੇ ਬਾਰ-ਬਾਰ ਉਹ ਇਸੇ ਤੁਕ ਨੂੰ ਹੀ ਉਚਾਰਨ ਕਰਨ ਲੱਗੀ, ਔਰ ਉਹਨੂੰ ਆਪਣੇ ਸਰੀਰ ਦਾ ਤੇ ਸੰਸਾਰ ਦਾ ਚੇਤਾ ਹੀ ਭੁੱਲ ਗਿਆ। ਜਿਹੜੇ ਉਹ ਨਾਲ ਦੇ ਹੋਰ ਸਾਥੀ ਸਿੰਘ ਸਨ, ਤੇ ਉਹਨਾਂ ਨੇ ਸੋਚਿਆ ਵੀ ਬੀਬੀ ਦੀ ਤਾਂ ਸਮਾਧੀ ਲੱਗ ਗਈ, ਸੁਰਤ ਜੁੜ ਗਈ, ਹੁਣ ਕੀ ਹੋਵੇ। ਉਹਨਾਂ ਨੇ ਹੋਰ ਕਿਸੇ ਪਾਠੀ ਸਿੰਘ ਨੂੰ ਨਾਲ ਬਿਠਾ ਕੇ ਅੱਗੇ ਪਾਠ, ਕਿਉਂਕਿ ਅਖੰਡ ਪਾਠ ਚੱਲ ਰਿਹਾ ਸੀ, ਅੱਗੇ ਪਾਠ ਸ਼ੁਰੂ ਕਰਵਾ ਦਿੱਤਾ, ਕਿਉਂਕਿ ਅੰਮ੍ਰਿਤ ਵੇਲੇ ਸਮੇਂ ਸਿਰ ਭੋਗ ਵੀ ਪਾਇਆ ਜਾਣਾ ਸੀ। ਪਰ ਜਿੰਨਾ ਚਿਰ ਤੱਕ ਸ਼੍ਰੀ ਅਖੰਡ ਪਾਠ ਚੱਲਦਾ ਰਿਹਾ, ਉਹ ਬੀਬੀ ਦੀ ਸੁਰਤ ਉੱਥੇ ਹੀ ਟਿਕੀ ਰਹੀ। ਜਦੋਂ ਸ਼੍ਰੀ ਅਖੰਡ ਪਾਠ ਦਾ ਭੋਗ ਪਿਆ ਤੇ ਕੁਝ ਸਮੇਂ ਤੋਂ ਬਾਅਦ ਬੀਬੀ ਨੂੰ ਸੁਰਤ ਆਈ, ਸਰੀਰ ਦੀ ਸੁੱਧ ਬੁੱਧ ਹੋਈ, ਤੇ ਜਿੰਨੇ ਵੀ ਉਹ ਨਾਲ ਦੇ ਸੰਗੀ ਸਾਥੀ ਸਾਨੂੰ ਪੁੱਛਣ ਲੱਗ ਪਏ, ਮਿਲ ਸਖੀਆਂ ਪੁੱਛਿਆ, ਕਹੋ ਕੰਤ ਨੀਸਾਣੀ। ਉਸ ਬੀਬੀ ਨੂੰ, ਪਵਿੱਤਰ ਆਤਮਾ ਨੂੰ ਪੁੱਛਣ ਲੱਗੀਆਂ ਸੰਗਤਾਂ, ਵੀ ਕੋਈ ਸਾਨੂੰ ਵੀ ਦੱਸੋ, ਤੁਹਾਨੂੰ ਕੀ ਨਜ਼ਾਰਾ ਇੱਥੇ ਨਜ਼ਰ ਆਇਆ, ਕੀ ਤੁਹਾਨੂੰ ਅਨੁਭਵ ਹੋਇਆ। ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ। ਉਹ ਪ੍ਰੇਮ ਰਸ ਦੇ ਵਿੱਚ ਭਰੀ ਹੋਈ ਬੀਬੀ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੀ, ਹੁਣ ਬੋਤਲ ਦਾ ਢੱਕਣ ਬੰਦ ਹੀ ਰਹਿਣ ਦਿਓ, ਜੇ ਖੁੱਲ ਗਿਆ ਤੇ ਇਹ ਜਿਹੜੀ ਖੁਸ਼ਬੂ ਹੈ ਉੱਡ ਜਾਵੇਗੀ। ਇਸ ਲਈ ਉਹਨੇ ਹੋਰ ਕੁਛ ਨਹੀਂ ਆਖਿਆ। ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ, ਵੀ ਇਹ ਜਿਹੜਾ ਪ੍ਰੇਮ ਦਾ ਰਸ ਹੈ ਇਹ ਉੱਡ ਨਾ ਜਾਵੇ, ਇਸ ਲਈ ਢੱਕਣ ਬੰਦ ਹੀ ਰਹਿਣ ਦਿਓ। ਹੁਣ ਨਾ ਜੀ ਖੁਦਾਏ ਦੇ ਭੇਤ ਨਾ ਕਿਸੈ ਦੇਣ। ਇਹ ਐਸੀ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ। ਗੁਣ ਗੂੜ ਗੁਪਤ ਅਪਾਰ ਕਰਤੇ, ਨਿਗਮ ਅੰਤ ਨਾ ਪਾਵਹਿ। ਗੁਣ ਗੂੜ ਗੁਪਤ ਅਪਾਰ ਕਰਤੇ, ਉਸ ਅਪਾਰ ਪ੍ਰਭੂ ਸਿਰਜਣਹਾਰ ਵਾਹਿਗੁਰੂ ਦੇ ਜਿਹੜੇ ਗੁਣ ਨੇ ਬੜੇ ਗੂੜ ਨੇ,
ਤੇ ਬੜੇ ਗੁਪਤ ਨੇ, ਬੜੇ ਗੁੱਝੇ ਗੁਣ ਨੇ ਤੇ ਬੜੇ ਗੂੜੇ ਰੰਗ ਵਾਲੇ ਨੇ। ਨਿਗਮ ਅੰਤ ਨਾ ਪਾਵੇ, ਨਿਗਮ ਜਿਹੜੇ ਵੇਦ ਨੇ ਇਹ ਹਿੰਦੂ ਮਤ ਦੇ ਸਰਵੋਤਮ ਧਰਮ ਗ੍ਰੰਥ ਨੇ। ਉਹ ਵੇਦ ਵੀ ਤੇ ਵੈਦਿਕ ਰਿਸ਼ੀ ਵੀ ਭਾਈ ਉਸ ਵਾਹਿਗੁਰੂ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦੇ। ਭਗਤ ਪਾਏ ਤੇ ਆਏ ਸੁਆਮੀ, ਸਦਾ ਹਰ ਗੁਣ ਗਾਵੇ। ਭਗਤ ਪਾਏ ਤੇ ਆਏ ਸੁਆਮੀ, ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਭਗਤ ਪਾਏ ਪ੍ਰੇਮਾ ਭਗਤੀ ਨੂੰ ਧਾਰਨ ਕਰਕੇ ਅਥਵਾ ਭਗਤੀ ਭਾਵ ਨੂੰ ਮਨ ਵਿੱਚ ਧਾਰਨ ਕਰਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਸਦਾ ਹਰ ਗੁਣ ਗਾਵੇ ਤੇ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਹਨ। ਸਗਲ ਗੁਣ ਸੁਗਿਆਨ ਪੂਰਨ, ਆਪਣੇ ਪ੍ਰਭ ਭਾਣੀ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੀ ਮਿਹਰ ਦੇ ਨਾਲ ਸਾਰੇ ਗੁਣ ਵੀ ਪ੍ਰਾਪਤ ਹੋ ਗਏ ਤੇ ਸ੍ਰੇਸ਼ਟ ਗਿਆਨ ਵੀ ਪ੍ਰਾਪਤ ਹੋ ਗਿਆ ਤੇ ਹਰ ਗੱਲ ਦੇ ਨਾਲ ਪਰਿਪੂਰਨ ਹੋ ਗਏ। ਆਪਣੇ ਪ੍ਰਭ ਭਾਣੀ ਕਦੋਂ? ਜਦੋਂ ਆਪਣੇ ਵਾਹਿਗੁਰੂ ਦੇ ਮਨ ਨੂੰ ਭਾ ਗਏ। ਭਾਵ ਉਹ ਪਵਿੱਤਰ ਆਤਮਾ, ਉਹ ਗੁਰਮੁਖ ਰੂਹ ਜੋ ਆਪਣੇ ਪਤੀ ਪਰਮੇਸ਼ਰ ਦੇ ਮਨ ਨੂੰ ਭਾ ਜਾਂਦੀ ਹੈ, ਉਹਨੂੰ ਸਾਰੇ ਗੁਣ ਤੇ ਸ੍ਰੇਸ਼ਟ ਗਿਆਨ ਤੇ ਹੋਰ ਸਾਰੇ ਹੀ ਉਹਨੂੰ ਪਦਾਰਥ ਲਵਾਲਾਭ ਪ੍ਰਾਪਤ ਹੋ ਜਾਂਦੇ ਹਨ। ਬਿਨਵੰਤ ਨਾਨਕ ਰੰਗ ਰਾਤੀ, ਪ੍ਰੇਮ ਸਹਿਜ ਸਮਾਣੀ। ਬੇਨਤੀ ਪੂਰਵਕ ਸਤਿਗੁਰੂ ਫਰਮਾਉਂਦੇ ਨੇ ਜਿਹੜੀ ਉਹ ਐਸੀ ਵਾਹਿਗੁਰੂ ਦੇ ਰੰਗ ਵਿੱਚ ਰੰਗੀ ਹੋਈ ਰੂਹ ਹੈ, ਪ੍ਰੇਮ ਸਹਿਜ ਸਮਾਣੀ, ਵੀ ਉਹ ਪ੍ਰੇਮ ਦਾ ਸਦਕਾ ਸਹਿਜ ਅਵਸਥਾ ਵਿੱਚ ਜਾ ਕੇ ਸਮਾਣੀ ਲੀਨ ਹੋ ਜਾਂਦੀ ਹੈ। ਅਥਵਾ ਪ੍ਰੇਮ ਸਹਿਜ ਸਮਾਣੀ ਜਿਹੜੀ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰਤੀ ਹੋਈ ਰੂਹ ਹੁੰਦੀ ਹੈ, ਪ੍ਰੇਮ ਸਹਿਜ ਸਮਾਣੀ, ਉਹ ਸਹਿਜੇ ਹੀ ਉਸ ਵਾਹਿਗੁਰੂ ਦੇ ਪ੍ਰੇਮ ਰਸਤੇ ਵਿੱਚ ਜਾ ਕੇ ਲੀਨ ਹੋ ਜਾਂਦੀ ਹੈ। ਸੁਖ ਸੋਹਿਲੜੇ ਹਰ ਗਾਵਨ ਲਾਗੇ। ਹਜ਼ੂਰ ਕਹਿੰਦੇ ਨੇ ਜਦੋਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਈ ਤੇ ਉਸ ਵੇਲੇ ਜਿਹੜੇ ਹੋਰ ਸੰਗੀ ਸਾਥੀ ਸਨ ਗੁਰਮੁਖ ਪਿਆਰੇ, ਸੁਖ ਸੋਹਿਲੜੇ ਹਰ ਗਾਵਨ ਲੱਗੇ। ਬਈ ਉਹ ਸੁਖ ਦੇ ਸੋਹਿਲੜੇ ਦਾ ਅਰਥ ਖੁਸ਼ੀ ਦੇ ਗੀਤ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਦੇ ਤੇ ਸਿਫਤ ਸਲਾਹ ਦੇ ਗੀਤ ਨੇ ਉਹ ਭਾਈ ਗਾਉਣ ਲੱਗ ਪਏ। ਜਿਵੇਂ ਆ ਗੁਰਬਾਣੀ ਦੇ ਸ਼ੰਤ ਨੇ, ਇਹ ਵਾਹਿਗੁਰੂ ਦੇ ਸੁਖ ਦੇ ਸੋਹਿਲੇ ਨੇ, ਇਹ ਖੁਸ਼ੀ ਦੇ ਗੀਤ ਨੇ, ਇਹ ਉਸ ਵਾਹਿਗੁਰੂ ਦੇ ਜਸ ਦੇ ਗੀਤ ਨੇ। ਜਦੋਂ ਕਿਸੇ ਰੱਬ ਦੇ ਪਿਆਰੇ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਜਿਹੜੇ ਹੋਰ ਗੁਰਸਿੱਖ ਮਾਈ ਭਾਈ ਮਹਾਂਪੁਰਖ ਨੇ ਉਹ ਖੁਸ਼ੀ ਦੇ ਵਿੱਚ ਸੁਖ ਦੇ ਸੋਹਿਲੜੇ ਗਾਉਣ ਲੱਗ ਜਾਂਦੇ ਨੇ। ਭਾਵ ਗੁਰਬਾਣੀ ਦੇ ਸ਼ਬਦ, ਗੁਰਬਾਣੀ ਦੇ ਸ਼ੰਤ ਗਾਉਣ ਲੱਗ ਜਾਂਦੇ ਹਨ। ਸਾਜਣ ਸਰਸੇ ਅੜੇ, ਦੁੱਖ ਦੁਸ਼ਮਣ ਭਾਗੇ। ਲੋ ਜਿਹੜੇ ਸੱਜਣ ਸਨ ਉਹ ਤਾਂ ਖੁਸ਼ ਹੋਏ ਜਦੋਂ ਵਾਹਿਗੁਰੂ ਦੀ ਪ੍ਰਾਪਤੀ ਹੋਈ ਤੇ ਜਿਹੜੇ ਦੁੱਖ ਤੇ ਦੁਸ਼ਮਣ ਸਨ, ਕਾਮ ਕ੍ਰੋਧ ਆਦਿਕ ਵਿਕਾਰ, ਉਹ ਸਾਰੇ ਭੱਜ ਗਏ। ਸੂਖ ਸਹਿਜ ਸਰਸੇ ਹਰ ਨਾਮ ਰਹਿਸੇ, ਪ੍ਰਭ ਆਪ ਕਿਰਪਾ ਧਾਰੀਆ। ਲੋ ਹਜ਼ੂਰ ਕਹਿੰਦੇ ਨੇ ਸੁਖ ਸਹਿਜ ਸਰਸੇ, ਹੁਣ ਆਤਮਿਕ ਸੁਖ ਦੇ ਨਾਲ ਜਿਹੜੇ ਵਾਹਿਗੁਰੂ ਦੇ ਪਿਆਰੇ ਸਨ ਸਰਸੇ ਖੁਸ਼ ਹੋ ਗਏ ਤੇ ਵਾਹਿਗੁਰੂ ਦੇ ਨਾਮ ਦਾ ਸਦਕਾ ਰਹਿਸੇ ਉਹ ਆਨੰਦ ਨੂੰ ਪ੍ਰਾਪਤ ਹੋ ਗਏ। ਕਿਉਂ? ਪ੍ਰਭ ਆਪ ਕਿਰਪਾ ਧਾਰੀਆ, ਅਕਾਲ ਪੁਰਖ ਵਾਹਿਗੁਰੂ ਨੇ ਆਪ ਉਹਨਾਂ ਤੇ ਕਿਰਪਾ ਧਾਰਨ ਕੀਤੀ। ਹਰ ਚਰਨ ਲਾਗੇ ਸਦਾ ਜਾਗੇ, ਮਿਲੇ ਪ੍ਰਭ ਬਨਵਾਰੀਆ। ਲੋ ਹਜ਼ੂਰ ਕਹਿੰਦੇ ਨੇ ਅਸੀਂ ਵਾਹਿਗੁਰੂ ਦੇ ਚਰਨੀ ਲੱਗੇ ਤੇ ਹਮੇਸ਼ਾ ਲਈ ਜਾਗ ਪਏ, ਸਾਖੀ ਭਾਵ ਦੀ ਗਿਆਨ ਦੀ ਅਵਸਥਾ ਵਿੱਚ ਜਾਗ ਪਏ। ਮਿਲੇ ਪ੍ਰਭ ਬਨਵਾਰੀਆ ਤੇ ਸੰਸਾਰ ਬਾਗ ਦੇ ਮਾਲੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਆ ਕੇ ਸਾਨੂੰ ਮਿਲੇ ਹਨ। ਸ਼ੁਭ ਦਿਵਸ ਆਏ ਸਹਿਜ ਪਾਏ, ਸਕਲ ਨਿਧ ਪ੍ਰਭ ਪਾਗੇ। ਲੋ ਹਜ਼ੂਰ ਕਹਿੰਦੇ ਨੇ ਸ਼ੁਭ ਦਿਵਸ ਆਏ ਸਹਿਜ ਪਾਏ। ਹੁਣ ਸਾਡੇ ਲਈ ਬੜੇ ਚੰਗੇ ਦਿਨ ਆ ਗਏ ਨੇ। ਸ਼ੁਭ ਦਿਵਸ ਵੀ ਚੰਗੇ ਦਿਨ ਆ ਗਏ ਨੇ, ਸੁਖ ਦੇ ਦਿਨ ਆ ਗਏ ਨੇ, ਭਲੇ ਦਿਨ ਆ ਗਏ ਨੇ। ਸਹਿਜ ਪਾਏ ਕਿਉਂਕਿ ਅਸੀਂ ਸੁਤੇ ਸਿੱਧ ਹੀ ਵਾਹਿਗੁਰੂ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ। ਸਕਲ ਨਿਧ ਪ੍ਰਭ ਪਾਗੇ ਤੇ ਵਾਹਿਗੁਰੂ ਨੂੰ ਪਾਗੇ ਦਾ ਅਰਥ ਪ੍ਰਾਪਤ ਕਰਕੇ ਤੇ ਸਕਲ ਨਿਧ ਸਾਨੂੰ ਸਾਰੀਆਂ ਨਿਧੀਆਂ 9 ਨਿਧੀਆਂ ਪ੍ਰਾਪਤ ਹੋ ਗਈਆਂ। ਸਕਲ ਨਿਧ ਪ੍ਰਭ ਪਾਗੇ, ਪਾਗੇ ਦਾ ਅਰਥ ਚਰਨ, ਵੀ ਵਾਹਿਗੁਰੂ ਦੇ ਪਾਗੇ ਚਰਨਾਂ ਦੇ ਵਿੱਚੋਂ ਸਾਨੂੰ ਸਾਰੇ ਖਜ਼ਾਨੇ ਪ੍ਰਾਪਤ ਹੋ ਗਏ। ਬਿਨਵੰਤ ਨਾਨਕ ਸਰਨ ਸੁਆਮੀ, ਸਦਾ ਹਰਜਨ ਤਾਗੇ। ਬੇਨਤੀ ਪੂਰਵਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਹਾਂ
ਬਿਨਵੰਤ ਨਾਨਕ ਸਰਨ ਸੁਆਮੀ। ਤੇ ਜਿਹੜੇ ਵੀ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਨੇ ਸਦਾ ਹਰ ਜਨ ਤਾਗੇ, ਵੀ ਉਹ ਹਮੇਸ਼ਾ ਲਈ ਵਾਹਿਗੁਰੂ ਦੇ ਜਨ, ਤਾਗੇ ਦਾ ਅਰਥ ਵੀ ਉਹ ਤੱਗ ਗਏ, ਪੁੱਗ ਗਏ, ਉਹ ਸੰਸਾਰ ਦੀ ਬਾਜੀ ਨੂੰ ਜਿੱਤ ਗਏ। ਜਿਹੜਾ ਤਾਗੇ ਦਾ ਅਰਥ ਹੈ ਨਾ ਵੀ ਇਹ ਤੱਗ ਜਾਣਾ, ਇਹ ਪੰਜਾਬੀ ਦਾ ਅਰਥ ਹੁੰਦਾ ਵੀ ਕੋਈ ਕੰਮ ਨੇਪਰੇ ਚੜ੍ਹ ਜਾਣਾ। ਸਦਾ ਹਰ ਜਨ ਤਾਗੇ, ਵੀ ਉਹ ਵਾਹਿਗੁਰੂ ਜਨ ਹਮੇਸ਼ਾ ਲਈ ਤੱਗ ਗਏ ਨੇ, ਪੁੱਗ ਗਏ ਨੇ, ਭਾਵ ਉਹਨਾਂ ਨੇ ਕਾਮਯਾਬੀ ਹਾਸਲ ਕਰ ਲਈ। ਜਾਂ ਦੂਸਰਾ ਤਾਗੇ ਦਾ ਅਰਥ ਮਹਾਂਪੁਰਖੀ ਵੀ ਕਰਦੇ ਸਨ, ਸਦਾ ਹਰ ਜਨ ਤਾਗੇ, ਵੀ ਉਹ ਵਾਹਿਗੁਰੂ ਦੇ ਪਿਆਰੇ ਹਮੇਸ਼ਾ ਲਈ ਤਾਗੇ, ਉਹ ਤਤ ਦੇ ਗਿਆਤੇ ਹੋ ਗਏ। ਤਾਗੇ ਤਤ ਦੇ ਗੇ ਗਿਆਤੇ, ਵੀ ਉਹ ਤਤ ਦੇ ਗਿਆਤੇ ਹੋ ਗਏ, ਭਾਵ ਉਹਨਾਂ ਨੂੰ ਆਤਮ ਤਤ ਤੇ ਪਰਮ ਤਤ ਦਾ ਗਿਆਨ ਪ੍ਰਾਪਤ ਹੋ ਗਿਆ। ਐਸੀ ਉਹਨਾਂ ਮਹਾਂਪੁਰਖਾਂ ਨੂੰ ਇਹ ਮਹਾਨ ਬਖਸ਼ਿਸ਼ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਨਾਜ਼ਲ ਹੋਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸ਼ੁਭ ਦਿਵਸ ਆਏ ਸਹਿਜ ਪਾਏ, ਸਕਲ ਨਿਧ ਪ੍ਰਭ ਪਾਗੇ। ਬਿਨਵੰਤ ਨਾਨਕ ਸਰਨ ਸੁਆਮੀ, ਸਦਾ ਹਰ ਜਨ ਤਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।